ਹੈਲੋ ਸਟੂਡੈਂਟ ਆਫ 7th ਕਲਾਸ। ਅੱਜ ਅਸੀਂ ਸੁਗਾਤ ਪਾਠ ਪੁਸਤਕ ਦੇ ਵਿੱਚੋਂ ਦੂਸਰਾ ਪਾਠ, ਜਿਸ ਦਾ ਸਿਰਲੇਖ ਹੈ ਸੰਖ ਦਾ ਸੰਦੇਸ਼, ਉਹ ਪੜ੍ਹਨ ਜਾ ਰਹੇ ਹਾਂ। ਇਸ ਪਾਠ ਦੇ ਵਿੱਚ ਸਾਨੂੰ ਇਹੀ ਸਿੱਖਿਆ ਦਿੱਤੀ ਗਈ ਹੈ ਕਿ ਸਾਨੂੰ ਜੀਵਨ ਦੇ ਵਿੱਚ ਵਿਹਲੇ ਬਹਿ ਕੇ ਖਾਣ ਨਾਲੋਂ ਕਿਰਤ ਕਰਨੀ ਚਾਹੀਦੀ ਹੈ। ਕਿਰਤ ਕਰਨਾ ਜੀਵਨ ਦੇ ਵਿੱਚ ਬਹੁਤ ਜ਼ਰੂਰੀ ਹੈ। ਕਿਰਤ ਕਰਨ ਵਾਲੇ ਮਨੁੱਖ ਨੂੰ ਕਿਸੇ ਵੀ ਚੀਜ਼ ਨੂੰ ਗਵਾਉਣ ਦਾ ਡਰ ਨਹੀਂ ਹੁੰਦਾ, ਪਰ ਜੋ ਵਿਹਲੇ ਬਹਿ ਕੇ ਖਾਣ ਵਾਲਾ ਹੁੰਦਾ ਹੈ, ਜਿਸ ਨੂੰ ਕੋਈ ਇਹੋ ਜਿਹਾ ਸਰੋਤ ਮਿਲ ਜਾਂਦਾ ਹੈ ਜੋ ਉਸ ਨੂੰ ਫ੍ਰੀ ਦਾ ਸਭ ਕੁਝ ਦਿੰਦਾ ਹੈ, ਮੰਨ ਲਓ ਧਨ ਹੀ ਹੈ, ਤਾਂ ਉਸ ਵਿਅਕਤੀ ਨੂੰ ਡਰ ਹੀ ਰਹਿੰਦਾ ਹੈ ਕਿ ਮੇਰੇ ਕੋਲ ਉਹ ਫ੍ਰੀ ਦਾ ਧਨ ਦੇਣ ਵਾਲਾ ਜਾਂ ਫ੍ਰੀ ਦੀਆਂ ਖਵਾਇਸ਼ਾਂ ਪੂਰੀਆਂ ਕਰਨ ਵਾਲਾ ਜੋ ਸਾਧਨ ਹੈ ਉਹ ਖੁੱਸ ਨਾ ਜਾਵੇ। ਤਾਂ ਆਓ ਪੜ੍ਹਦੇ ਹਾਂ ਇਹ ਕਹਾਣੀ ਸੰਖ ਦਾ ਸੰਦੇਸ਼। ਇੱਕ ਸੇਵਕ ਜੋ ਕਿ ਆਪਦੇ ਸਾਧੂ ਕੋਲ ਰਹਿੰਦਾ ਸੀ, ਕਿਸੇ ਕੋਲ, ਉਸ ਦੀ ਬਹੁਤ ਸੇਵਾ ਕਰਦਾ ਸੀ। ਅਤੇ ਇੱਕ ਦਿਨ ਉਹ ਸਾਧੂ ਨੇ ਖੁਸ਼ ਹੋ ਕੇ ਉਸ ਨੂੰ ਇੱਕ ਸੰਖ ਦਿੱਤਾ ਕਿ ਲੈ, ਮੈਂ ਤੇਰੀ ਸੇਵਾ ਤੋਂ ਬਹੁਤ ਖੁਸ਼ ਹਾਂ ਅਤੇ ਤੂੰ ਇਹ ਸੰਖ ਲੈ ਜਾ। ਤੂੰ ਜਦੋਂ ਵੀ ਇਸ ਨੂੰ ਕਹੇਗਾ ਕਿ ਸੰਖ ਮਹਾਰਾਜ ਸਵਾਰੋ ਸਭ ਕਾਜ, ਤਾਂ ਤੈਨੂੰ ਇਹ ਸੰਖ ਉਸੇ ਵੇਲੇ ਝਟਪਟ 5 ਰੁਪਏ ਦੇਵੇਗਾ, ਤਾਂ ਤੇਰਾ ਔਖਾ ਵੇਲਾ ਨਿਕਲ ਜਾਵੇਗਾ। ਪਰ ਨਾਲ ਹੀ ਮੇਰੀ ਇੱਕ ਗੱਲ ਦਾ ਖਿਆਲ ਵੀ ਰੱਖੀ ਕਿ ਜਦੋਂ ਤੈਨੂੰ ਕੋਈ ਕੰਮ ਨਾ ਮਿਲੇ ਅਤੇ ਤੇਰੇ 'ਤੇ ਕੋਈ ਮੁਸੀਬਤ ਆਵੇ ਧਨ ਵੱਲੋਂ, ਤਾਂ ਤੂੰ ਉਸ ਵੇਲੇ ਹੀ ਇਹ ਸੰਖ ਸਾਹਮਣੇ ਪੈਸਿਆਂ ਲਈ ਬੇਨਤੀ ਕਰਨੀ ਹੈ, ਨਹੀਂ ਤਾਂ ਖੁਦ ਮਿਹਨਤ ਕਰਕੇ ਖਾਣਾ ਹੈ। ਅਤੇ ਇਹ ਕਹਿ ਕੇ ਸਾਧੂ ਨੇ ਸੰਖ ਸੇਵਕ ਨੂੰ ਦੇ ਦਿੱਤਾ। ਹੁਣ ਸੇਵਕ ਬਹੁਤ ਖੁਸ਼ ਹੋਇਆ, ਉਹ ਖੁਸ਼ੀ ਖੁਸ਼ੀ ਆਪਦੇ ਘਰ ਆਇਆ। ਜਦੋਂ ਉਸ ਦਾ ਦਿਲ ਕਰਦਾ ਉਹ ਸੰਖ ਨੂੰ ਕਹਿ ਦਿੰਦਾ, ਸੰਖ ਮਹਾਰਾਜ ਸਵਾਰੋ ਸਭ ਕਾਜ, ਤਾਂ ਸੰਖ ਉਸ ਨੂੰ ਝਟਪਟ 5 ਰੁਪਏ ਦੇ ਦਿੰਦਾ। ਤਾਂ ਇਸ ਤਰ੍ਹਾਂ ਕਰਨ ਨਾਲ ਉਸ ਨੂੰ ਵਿਹਲੇ ਬਹਿ ਕੇ ਖਾਣ ਦੀ ਆਦਤ ਪੈ ਗਈ। ਹੁਣ ਉਸ ਨੂੰ ਲਾਲਚ ਹੋ ਗਿਆ, ਉਸ ਨੂੰ ਮਿਹਨਤ ਕਰਨ ਦੀ ਕੀ ਲੋੜ, ਕਿਉਂਕਿ ਉਸ ਨੂੰ ਤਾਂ ਘਰ ਬੈਠੇ ਪੈਸੇ ਮਿਲ ਜਾਂਦੇ ਸੀ। ਇਸ ਕਰਕੇ ਉਹ ਘਰ ਬੈਠਾ ਹੀ ਸੰਖ ਨੂੰ ਹੁਕਮ ਕਰ ਦਿੰਦਾ ਅਤੇ ਸੰਖ ਉਸ ਨੂੰ ਪੈਸੇ ਦੇ ਦਿੰਦਾ। ਇਸ ਨਾਲ ਉਸ ਨੇ ਕਿਰਤ ਕਰਨੀ ਬਿਲਕੁਲ ਛੱਡ ਦਿੱਤੀ ਅਤੇ ਉਸ ਦੀ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ। ਪਰ ਨਾਲ ਦੀ ਨਾਲ ਹੀ ਉਹ ਇਨਸਾਨ ਇਹੋ ਜਿਹਾ ਸੀ, ਉਸ ਨੂੰ ਸਮਝ ਨਹੀਂ ਸੀ ਲੱਗਦੀ, ਉਹ ਲੋਕਾਂ ਨੂੰ ਵੀ ਦੱਸਣਾ ਉਸਨੇ ਸ਼ੁਰੂ ਕਰ ਦਿੱਤਾ। ਇੱਕ ਵਾਰੀ ਕੀ ਹੋਇਆ, ਉਹ ਆਪਦੇ ਨਾਲ ਉਸ ਸੰਖ ਨੂੰ ਲੈ ਕੇ ਆਪਦੀ ਰਿਸ਼ਤੇਦਾਰੀ 'ਚ ਚਲੇ ਗਿਆ। ਇਸ ਵਾਰ ਉਸਨੇ ਕੀ ਕੀਤਾ ਕਿ ਆਪਦੇ ਰਿਸ਼ਤੇਦਾਰ ਦੇ ਸਾਹਮਣੇ ਹੀ ਸੰਖ ਸਾਹਮਣੇ ਬੇਨਤੀ ਕੀਤੀ, ਸੰਖ ਮਹਾਰਾਜ ਸਵਾਰੋ ਸਭ ਕਾਜ, ਅਤੇ ਸੰਖ ਨੇ ਤੁਰੰਤ 5 ਰੁਪਏ ਉਸ ਨੂੰ ਦੇ ਦਿੱਤੇ। ਹੁਣ ਇਹ ਦੇਖ ਕੇ ਜੋ ਰਿਸ਼ਤੇਦਾਰ ਸੀ ਉਸ ਦਾ ਮਨ ਬੇਈਮਾਨ ਹੋ ਗਿਆ। ਉਸਨੇ ਸੋਚਿਆ ਕਿ ਇਹ ਤਾਂ ਫ੍ਰੀ ਦੇ ਪੈਸੇ ਕਮਾਉਣ ਦਾ ਇੱਕ ਸਾਧਨ ਹੈ। ਤਾਂ ਜਦੋਂ ਰਾਤ ਨੂੰ ਸੌ ਰਿਹਾ ਸੀਗਾ ਸੇਵਕ, ਤਾਂ ਉਸਦੇ ਰਿਸ਼ਤੇਦਾਰ ਨੇ ਉਸ ਦਾ ਸੰਖ ਚੋਰੀ ਕਰ ਲਿਆ। ਸੇਵਕ ਜਦੋਂ ਸਵੇਰੇ ਉੱਠਿਆ ਤਾਂ ਉਸਨੇ ਦੇਖਿਆ, ਇੱਧਰ ਉੱਧਰ ਭਾਲਿਆ, ਪਰ ਉਸ ਨੂੰ ਸੰਖ ਕਿਤੇ ਵੀ ਨਾ ਮਿਲਿਆ। ਉਸ ਨੂੰ ਬਹੁਤ ਅਫਸੋਸ ਹੋਇਆ। ਪਹਿਲਾਂ ਤਾਂ ਉਸਨੇ ਸੋਚਿਆ ਕਿ ਉਹ ਪੁੱਛ ਪੜਤਾਲ ਕਰੇ, ਪਰ ਕਿਵੇਂ ਕਰੇ, ਰਿਸ਼ਤੇਦਾਰਾਂ 'ਤੇ ਦੋਸ਼ ਲਗਾਉਣਾ ਤਾਂ ਉਸ ਨੂੰ ਬਿਲਕੁਲ ਗਲਤ ਜਾਪਿਆ। ਇਸ ਕਰਕੇ ਉਸਨੇ ਪੁੱਛ ਪੜਤਾਲ ਨਾ ਕੀਤੀ। ਤਾਂ ਉਹ ਥੋੜ੍ਹਾ ਉਦਾਸ ਹੋਇਆ ਅਤੇ ਫਿਰ ਉਸ ਸਾਧੂ ਕੋਲ ਚਲੇ ਗਿਆ ਅਤੇ ਉਸ ਨੂੰ ਬੇਨਤੀ ਕੀਤੀ ਕਿ ਮਹਾਰਾਜ, ਮੇਰੇ ਨਾਲ ਇਹ ਘਟਨਾ ਵਾਪਰ ਗਈ ਹੈ ਕਿ ਮੇਰਾ ਸੰਖ ਚੋਰੀ ਹੋ ਗਿਆ। ਤਾਂ ਸਾਧੂ ਨੇ ਉਸ ਨੂੰ ਬਹੁਤ ਗੁੱਸੇ 'ਚ ਝਿੜਕਿਆ ਕਿ ਮੈਂ ਤੈਨੂੰ ਸਿਰਫ ਔਖਾ ਵੇਲਾ ਲਗਾਉਣ ਲਈ ਇਹ ਸੰਖ ਦਿੱਤਾ ਸੀ, ਪਰ ਤੂੰ ਤਾਂ ਫ੍ਰੀ ਦੀ ਖਾਣ ਦੀ ਆਦਤ ਪੈ ਗਈ, ਤੂੰ ਕਿਰਤ ਕਰਨੀ ਛੱਡ ਦਿੱਤੀ, ਪਰ ਤੂੰ ਖੁਦ ਹੀ ਉਸ ਸੰਖ ਨੂੰ ਗਵਾਉਣ ਦਾ ਜ਼ਿੰਮੇਵਾਰ ਹੈ। ਹੁਣ ਮੇਰੇ ਕੋਲ ਤੈਨੂੰ ਦੇਣ ਲਈ ਕੁਛ ਨਹੀਂ ਹੈ, ਜਾਂ ਤੂੰ ਇੱਥੋਂ ਚਲੇ ਜਾ, ਮਿਹਨਤ ਕਰ ਅਤੇ ਆਪਦੀ ਜ਼ਿੰਦਗੀ ਦਾ ਨਿਰਵਾਹ ਕਰ। ਪਰ ਉਹ ਸੇਵਕ ਉੱਥੋਂ ਨਹੀਂ ਹਿੱਲਿਆ, ਉਹ ਡਟਿਆ ਰਿਹਾ ਅਤੇ ਉਸਨੇ ਸਾਧੂ ਨੂੰ ਕਿਹਾ ਕਿ ਮੈਂ ਇੱਥੋਂ ਨਹੀਂ ਜਾਵਾਂਗਾ, ਅਤੇ ਉਸਨੇ ਸਾਧੂ ਦੀ ਕੁਟੀਆ ਦੇ ਵਿੱਚ ਰਹਿ ਕੇ ਹੀ ਉਸਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਕਾਫੀ ਦਿਨ ਇਸ ਤਰ੍ਹਾਂ ਬੀਤਦੇ ਗਏ, ਉਸਨੇ ਸਾਧੂ ਦੀ ਸੇਵਾ ਕਰਨੀ ਜਾਰੀ ਰੱਖੀ। ਅੰਤ ਵਿੱਚ ਸਾਧੂ ਨੂੰ ਉਸ 'ਤੇ ਤਰਸ ਆ ਗਿਆ ਅਤੇ ਸਾਧੂ ਨੇ ਕਿਹਾ ਕਿ ਮੇਰੇ ਕੋਲ ਤੈਨੂੰ ਦੇਣ ਲਈ ਵੈਸੇ ਤਾਂ ਕੁਛ ਨਹੀਂ, ਪਰ ਮੇਰੇ ਕੋਲ ਇੱਕ ਗਪੌੜ ਸੰਖ ਹੈ। ਹਾਂ, ਜਦੋਂ ਤੂੰ ਇਸ ਦੇ ਸਾਹਮਣੇ ਬੇਨਤੀ ਕਰੇਗਾ ਕਿ ਮੈਨੂੰ 5 ਰੁਪਏ ਦਿਓ, ਤਾਂ ਇਹ ਤੈਨੂੰ ਕਹੂਗਾ ਕਿ ਮੈਂ ਤੈਨੂੰ 10 ਰੁਪਏ ਦੇਊਂਗਾ, ਪਰ ਇਹਨੇ ਦੇਣਾ ਦੂਣਾ ਤੈਨੂੰ ਕੁਛ ਨਹੀਂ, ਸਗੋਂ ਤੈਨੂੰ ਹਮੇਸ਼ਾ ਲਾਰੇ ਹੀ ਲਾਈ ਰੱਖੂਗਾ। ਜੇ ਤੂੰ ਇਸ ਨਾਲ ਆਪਦਾ ਕੋਈ ਕੰਮ ਬਣਾ ਸਕਦਾ ਹੈ ਤਾਂ ਲੈ ਜਾ, ਹੋਰ ਤਾਂ ਮੇਰੇ ਕੋਲ ਕੁਛ ਨਹੀਂ। ਤਾਂ ਉਸਨੇ ਉਸ ਸਾਧੂ ਨੇ ਉਹ ਸੰਖ ਉਸ ਸੇਵਕ ਨੂੰ ਦੇ ਦਿੱਤਾ। ਹੁਣ ਉਹ ਸੇਵਕ ਗਪੌੜ ਸੰਖ ਲੈ ਕੇ ਖੁਸ਼ੀ ਖੁਸ਼ੀ ਘਰ ਪਹੁੰਚ ਗਿਆ ਅਤੇ ਉਸ ਦੇ ਨਾਲ ਹੀ ਉਸ ਦੇ ਮਨ ਦੇ ਵਿੱਚ ਇੱਕ ਵਿਚਾਰ ਆਇਆ, ਤਾਂ ਉਹ ਗਪੌੜ ਸੰਖ ਲੈ ਕੇ ਆਪਦੇ ਰਿਸ਼ਤੇਦਾਰ ਦੇ ਕੋਲ ਚਲੇ ਗਿਆ। ਇਸ ਵਾਰ
ਉਸਨੇ ਆਪਦੇ ਰਿਸ਼ਤੇਦਾਰ ਨੂੰ, ਉਸੇ ਰਿਸ਼ਤੇਦਾਰ ਨੂੰ ਜਿਸ ਨੇ ਸ਼ੰਖ ਚੋਰੀ ਕੀਤਾ ਸੀ, ਉਸ ਨੂੰ ਕਿਹਾ ਕਿ ਮੇਰੇ ਕੋਲ ਇੱਕ ਹੋਰ ਸ਼ੰਖ ਹੈ, ਮੈਂ ਜਿੰਨੇ ਪੈਸੇ ਮੰਗਦਾ ਹਾਂ ਇਹ ਉਸ ਤੋਂ ਦੁੱਗਣੇ ਦਿੰਦਾ ਹੈ, ਇਹ ਪਹਿਲਾਂ ਵਾਲੇ ਸ਼ੰਖ ਤੋਂ ਵੀ ਬਹੁਤ ਜ਼ਿਆਦਾ ਵਧੀਆ ਹੈ। ਰਿਸ਼ਤੇਦਾਰ ਹੈਰਾਨ ਹੋ ਗਿਆ ਤਾਂ ਉਸਨੇ ਰਿਸ਼ਤੇਦਾਰ ਦੇ ਸਾਹਮਣੇ ਕਿਹਾ, ਲੈ ਦੇਖ ਤੈਨੂੰ ਤਜਰਬਾ ਦਿਖਾਉਂਦਾ। ਉਸਨੇ ਕਿਹਾ, ਸ਼ੰਖ ਜੀ ਮਹਾਰਾਜ ਸਵਾਰੋ ਸਭ ਕਾਜ, ਬਖਸ਼ ਦਿਓ ਸੈਂਕੜੇ 11। ਤਾਂ ਸ਼ੰਖ ਅੱਗੋਂ ਬੋਲਿਆ, 11 ਦੀ ਕੀ ਲੋੜ, ਤੂੰ 2200 ਨਾ ਮੋੜ, ਚੱਕ ਤੂੰ 2200। ਤਾਂ ਸੇਵਕ ਨੇ ਕਿਹਾ, ਲਿਆਓ ਫਿਰ ਮੇਰੇ 2200 ਦਿਓ। ਤਾਂ ਸ਼ੰਖ ਨੇ ਕਿਹਾ, ਲੈ ਚੱਕ ਤੂੰ 4400। ਬੇਸ਼ੱਕ ਉਸਨੇ ਪੈਸੇ ਨਹੀਂ ਦਿੱਤੇ, ਪਰ ਇਹ ਗੱਲਾਂ ਜਦੋਂ ਰਿਸ਼ਤੇਦਾਰ ਨੇ ਸੁਣੀਆਂ ਤਾਂ ਉਸ ਨੂੰ ਉਸ ਦਾ ਮਨ ਹੋਰ ਲਾਲਚੀ ਹੋ ਗਿਆ। ਉਸਨੇ ਉਹ ਸ਼ੰਖ ਚੋਰੀ ਕਰਨ ਦੀ ਸੋਚੀ ਕਿ ਕਿਉਂ ਨਾ ਮੈਂ ਇਹ ਸ਼ੰਖ ਚੋਰੀ ਕਰ ਲਵਾਂ ਅਤੇ ਮੈਨੂੰ ਇਹ ਜੋ ਮੰਗੂਗਾ ਦੁੱਗਣਾ ਦੇਊਗਾ। ਇਸ ਕਰਕੇ ਜਦੋਂ ਉਹ ਸੇਵਕ ਰਾਤ ਨੂੰ ਸੌਂ ਰਿਹਾ ਸੀ ਤਾਂ ਰਿਸ਼ਤੇਦਾਰ ਨੇ ਪਹਿਲਾਂ ਵਾਲਾ ਜੋ ਸ਼ੰਖ ਚੋਰੀ ਕੀਤਾ ਸੀ ਉਸ ਦੇ ਸਿਰਹਾਣੇ ਫੇਰ ਰੱਖ ਦਿੱਤਾ ਅਤੇ ਜਿਹੜਾ ਗਪੌੜ ਸ਼ੰਖ ਸੀ ਉਹ ਚੁੱਕ ਲਿਆ। ਅਗਲੀ ਸਵੇਰ ਜਦੋਂ ਸੇਵਕ ਉੱਠਿਆ ਤਾਂ ਉਸਨੇ ਦੇਖਿਆ ਕਿ ਉਸਦਾ ਉਹ ਪੁਰਾਣਾ ਸ਼ੰਖ ਉਸਦੇ ਸਿਰਹਾਣੇ ਪਿਆ ਸੀ। ਤਾਂ ਉਹ ਖੁਸ਼ੀ ਖੁਸ਼ੀ ਉਸਨੇ ਉਹ ਸ਼ੰਖ ਚੁੱਕਿਆ ਅਤੇ ਬਿਨਾਂ ਕੁਝ ਖਾਧੇ ਪੀਤੇ ਅਤੇ ਰਿਸ਼ਤੇਦਾਰ ਨੂੰ ਦੱਸਿਓ ਆਪਦੇ ਘਰ ਚੱਲ ਪਿਆ। ਪਰ ਹੁਣ ਉਸ ਸੇਵਕ ਨੂੰ ਅਹਿਸਾਸ ਵੀ ਹੋ ਚੁੱਕਾ ਸੀ, ਬੇਸ਼ੱਕ ਉਸਨੇ ਸ਼ੰਖ ਵਾਪਸ ਲੈ ਲਿਆ ਸੀ, ਪਰ ਫਿਰ ਵੀ ਉਸਨੂੰ ਇਹ ਅਹਿਸਾਸ ਹੋ ਚੁੱਕਾ ਸੀ ਕਿ ਉਹ ਇਹ ਸ਼ੰਖ ਦੀ ਵਰਤੋਂ ਸੋਚ ਸਮਝ ਕੇ ਹੀ ਕਰੇਗਾ ਜਦੋਂ ਕੋਈ ਔਖਾ ਵੇਲਾ ਆਵੇਗਾ, ਨਹੀਂ ਤਾਂ ਉਹ ਕਿਰਤ ਕਰਕੇ ਹੀ ਆਪਦਾ ਜੀਵਨ ਗੁਜ਼ਾਰੇਗਾ। ਤਾਂ ਇਸ ਕਹਾਣੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਹਮੇਸ਼ਾ ਦਸਾਂ ਨਹੁੰਆਂ ਦੀ ਕਿਰਤ ਕਰਕੇ ਹੀ ਖਾਣਾ ਚਾਹੀਦਾ ਹੈ। ਸਾਡੇ ਗੁਰੂਆਂ ਨੇ ਵੀ ਉਪਦੇਸ਼ ਦਿੱਤਾ ਹੈ, ਕਿਰਤ ਕਰੋ ਨਾਮ ਜਪੋ ਅਤੇ ਵੰਡ ਛਕੋ। ਗੁਰਬਾਣੀ ਵੀ ਸਾਨੂੰ ਇਹ ਸੰਦੇਸ਼ ਦਿੰਦੀ ਹੈ, ਸਾਡੇ ਜਿੰਨੇ ਵੀ ਗੁਰੂ ਪੀਰ ਪੈਗੰਬਰ ਹੋਏ ਉਹਨਾਂ ਨੇ ਸਾਰਾ ਜੀਵਨ ਕਿਰਤ ਕਰਕੇ ਹੀ ਆਪਦਾ ਜੀਵਨ ਨਿਰਵਾਹ ਕੀਤਾ। ਚਾਹੇ ਸ਼੍ਰੀ ਗੁਰੂ ਨਾਨਕ ਦੇਵ ਜੀ ਹੋਏ, ਉਹ ਖੇਤਾਂ ਦੇ ਵਿੱਚ ਹਲ ਵਾਉਂਦੇ ਰਹੇ, ਭਗਤ ਨਾਮਦੇਵ ਜੀ ਹੋਏ, ਭਗਤ ਸੈਨ ਜੀ ਹੋਏ, ਭਗਤ ਕਬੀਰ ਜੀ ਹੋਏ, ਠੀਕ ਹੈ, ਜੋ ਕਿ ਕੱਪੜਾ ਬੁਣਨ ਦਾ ਕੰਮ ਕਰਦੇ ਸੀ, ਕੋਈ ਭਗਤ ਜੁੱਤੀਆਂ ਬਣਾਉਣ ਦਾ ਕੰਮ ਕਰਦਾ ਸੀ। ਤਾਂ ਇਸ ਤੋਂ ਸਾਨੂੰ ਇਹ ਅਸੀਂ ਉਹਨਾਂ ਦਾ ਜਦੋਂ ਜੀਵਨ ਵੱਲ ਦੇਖਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਕਿਰਤ ਕਰਨਾ ਹੀ ਕਿਰਤ ਕਰਕੇ ਜੀਵਨ ਜਿਉਣਾ ਹੀ ਸਭ ਤੋਂ ਉੱਤਮ ਜੀਵਨ ਹੈ। ਧੰਨਵਾਦ।